बिस्मिल्लाहिर्रहमानिर्रहीम। दोस्तों मैं हाँ सईद इजाज़ गिलानी उर्दू कनाडा ऑफिशियल साਡਾ YouTube ਚੈਨਲ ਹੈ ਤੇ ਅਸੀਂ ਮੁxtਲਿਫ ਜਿਹੜੀਆਂ ਸ਼ਖਸੀਅਤ ਨੇ ਜਿਹੜੇ ਸ਼ਾਇਰ ਨੇ ਅਦੀਬ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਿੰਦੇ ਆ। ਸਾਡਾ ਇਹ ਪੰਜਾਬੀ ਸੈਗਮੈਂਟ ਹੈ ਜਿਹਦੇ ਵਿੱਚ ਅਸੀਂ ਬਿਲਖਸੂਸ ਜਿਹੜੇ ਉਸਤਾਦ ਤਜਮਲ ਕਲੀਮ ਜਿਹੜੇ ਪੰਜਾਬੀ ਦੇ ਬਹੁਤ ਮਹਾਨ ਸ਼ਾਇਰ ਹੋਏ ਨੇ ਉਹਨਾਂ ਦੇ ਜਿਹੜੇ ਮੁਤਲਕੀਨ ਨੇ ਉਹਨਾਂ ਦੇ ਜਿਹੜੇ ਸ਼ਾਗਿਰਦ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣੇ ਤਾਂ ਕਿ ਉਹਨਾਂ ਦਾ ਜਿਹੜਾ ਫਨ ਹੈ ਫਿਕਰ ਹੈ ਉਹਦੇ ਬਾਰੇ ਅਸੀਂ ਜਾਣ ਸਕੀਏ ਤੇ ਤੁਹਾਡੇ ਤੱਕ ਵੀ ਇਹ ਮਾਲੂਮਾਤ ਪਹੁੰਚਾ ਸਕੀਏ। ਅੱਜ ਸਾਡੇ ਨਾਲ ਮੌਜੂਦ ਨੇ ਉਸਤਾਦ ਤਜਮਲ ਕਲੀਮ ਹੋਰਾਂ ਦੇ ਜਿਹੜੇ ਚੁਣਵੇਂ ਤੇ ਸਿਰਕੜਵੇਂ ਸ਼ਾਗਿਰਦ ਵਹੀਦ ਰਜ਼ਾ ਸਾਹਿਬ ਕਿਤਾਬ ਨੇ। ਇਹਨਾਂ ਦਾ ਮਜਮੂਆ ਜਿਹੜਾ ਹੈ ਉਹ ਕਾਫੀ ਦੇਰ ਪਹਿਲੇ ਛਪਿਆ ਹੈ ਔਰ ਇਹਨਾਂ ਦੀਆਂ ਬੜੀਆਂ ਉਸਤਾਦ ਤਜਮਲ ਕਲੀਮ ਹੋਰਾਂ ਨਾਲ ਮੁਲਾਕਾਤਾਂ ਰਹੀਆਂ ਨੇ ਤੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਹੈ ਤੇ ਅੱਜ ਇਹਨਾਂ ਨਾਲ ਬੜੀ ਜਿਹੜੀ ਗੱਲਬਾਤ ਹੈ ਉਹ ਹੋਣ ਜਾ ਰਹੀ ਹੈ ਤੇ ਤੁਸੀਂ ਸਾਡੇ ਨਾਲ ਰਹਿਣਾ ਤੇ ਸੁਣਨੇ ਆ ਕਿ ਸਾਨੂੰ ਇਹ ਸਾਡੇ ਸਵਾਲਾਂ ਦੇ ਜਵਾਬਾਂ 'ਚ ਉਸਤਾਦ ਜੀ ਦੇ ਬਾਰੇ ਕੀ ਦੱਸਦੇ ਨੇ ਤੇ ਉਹਨਾਂ ਨਾਲ ਜਿਹੜੀ ਇਹਨਾਂ ਦੀ ਅਕੀਦਤ ਹੈ ਮੁਹੱਬਤ ਹੈ ਉਹ ਉਹਦਾ ਕੀ ਮਿਆਰ ਤੇ ਕੀ ਲੈਵਲ ਰਿਹਾ ਹੈ ਤੇ ਇਹਨਾਂ ਕਿਵੇਂ ਉਹਨਾਂ ਨੂੰ ਮਹਿਸੂਸ ਕੀਤਾ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦੇ ਫਨ ਤੇ ਫਿਕਰ ਨੂੰ। ਆਓ ਫਿਰ ਮਿਲਦੇ ਹਾਂ ਵਹੀਦ ਰਜ਼ਾ ਸਾਹਿਬ ਨਾਲ। ਉਸਤਾਦ ਹੋਰਾਂ ਦੀ ਜਿਹੜੀ ਵਫਾਤ ਹੈ ਪੰਜਾਬੀ ਜ਼ੁਬਾਨੋ ਅਦਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੈ। ਸਾਡੇ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਵਾਸਤੇ ਕੰਮ ਕਰਨ ਵਾਲੀਆਂ ਜਿੰਨੀਆਂ ਵੀ ਤਨਜ਼ੀਮਾਂ ਨੇ ਉਹਨਾਂ ਸਾਰਿਆਂ ਨੇ ਰਲ ਕੇ ਪੰਜਾਬੀ ਵਾਸਤੇ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਮੇਰੇ ਉਸਤਾਦ ਮੁਹਤਰਮ ਤਜਮਲ ਕਲੀਮ ਸਾਹਿਬ ਪੰਜਾਬੀ ਵਾਸਤੇ ਕੰਮ ਕਰਕੇ ਗਏ ਨੇ। ਉਹਨਾਂ ਦੀ ਵਫਾਤ ਪੰਜਾਬੀ ਜ਼ੁਬਾਨੋ ਅਦਬ ਦਾ ਬਹੁਤ ਵੱਡਾ ਨੁਕਸਾਨ ਹੈ। ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀਆਂ ਜ਼ਮੀਨਾਂ 'ਚ ਲਿਖਿਆ, ਉਹਨਾਂ ਵਰਗਾ ਲਿਖਿਆ, ਉਹਨਾਂ ਵਰਗਾ ਲਿਖਣ ਦੀ ਨਾਕਾਮ ਕੋਸ਼ਿਸ਼ ਕੀਤੀ। ਅੱਛਾ ਸ਼ੇਰ ਕਹਿਣ ਦਾ ਹੁਨਰ ਸਿੱਖਿਆ ਉਹਨਾਂ ਕੋਲੋਂ, ਉਹਨਾਂ ਨੂੰ ਕਾਪੀ ਨਹੀਂ ਕੀਤਾ ਕਦੀ ਵੀ। ਅੱਛਾ ਲਿਖਣਾ ਵੀ ਸਿੱਖਿਆ ਔਰ ਅੱਛਾ ਪੜ੍ਹਨਾ ਵੀ ਸਿੱਖਿਆ ਜੀ। ਉਸਤਾਦ ਮੁਹਤਰਮ ਨੇ ਉਹ ਆਪਣੀ ਜਿਹੜੀ ਜਿੰਨੀ ਵੀ ਉਰਦੂ ਸ਼ਾਇਰੀ ਸੀ ਉਹਨਾਂ ਦੀ ਉਹ ਸਾਰੀ ਜਿਹੜੀ ਉਹ ਨਹਿਰ 'ਚ ਵਗਾ ਮਾਰੀ। ਦੱਸਿਆ ਕਿ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਗਜ਼ਲ ਵਾਸਤੇ ਮੌਜ਼ੂ ਜ਼ੁਬਾਨ ਹੈ। ਪੰਜਾਬੀ ਜ਼ੁਬਾਨ ਨੂੰ ਟਿਚਕਰ ਕੀਤੀ, ਮਿਹਣਾ ਮਾਰਿਆ। ਵੇਖਿਆ ਜਾਵੇ ਤਾਂ ਉਹ ਪੰਜਾਬੀ ਜ਼ੁਬਾਨੋ ਅਦਬ 'ਤੇ ਅਹਿਸਾਨ ਕਰ ਗਏ ਨੇ। ਇੱਕ ਇੱਕ ਪਲ ਵਿੱਚ ਸਦੀਆਂ ਦਾ ਕੰਮ ਕਰਨਾ ਵਾ ਜੀ। ਬਿਲਕੁਲ ਮੈਂ ਸੋਚਾਂ ਦਾ ਕੰਮ ਕਰਨਾ ਵਾ। ਉਹ ਜਿੱਥੇ ਲੋਕੀ ਅੱਖਾਂ ਨੂੰ ਪੈਰਾਉਂਦੇ ਨੇ, ਜਿੱਥੇ ਲੋਕੀ ਅੱਖਾਂ ਨੂੰ ਪੈਰਾਉਂਦੇ ਨੇ, ਮੈਂ ਉਸ ਸ਼ਹਿਰ 'ਚ ਰੰਗਾਂ ਦਾ ਕੰਮ ਕਰਨਾ ਵਾ। ਵਾਹ ਜੀ ਵਾਹ, ਮਾਸ਼ਾਅੱਲਾ। ਇਸ ਤੋਂ ਇਲਾਵਾ ਇੱਕ ਗਜ਼ਲ ਹੋਰ ਸੀ ਜਿਹੜੀ ਉਹ ਮੈਂ ਉਹਨਾਂ ਨੂੰ ਸੁਣਾਈ ਸੀ। ਉਹਨਾਂ ਨੇ ਬੇਪਨਾਹ ਦਾਤ ਦਿੱਤੀ ਮੈਨੂੰ। ਆਪਣੇ ਅੱਖਰਾਂ ਅੰਦਰ ਜ਼ਿੰਦਾ ਰਹਿਣਾ ਹੈ ਜੀ, ਮੈਂ ਸਦੀਆਂ ਤੀਕਰ ਜ਼ਿੰਦਾ ਰਹਿਣਾ ਹੈ। ਮੌਤ ਤੋਂ ਡਰਦੇ ਲੋਕੋ ਡਰਨਾ ਕਿਸ ਗੱਲ ਦਾ, ਮਰ ਕੇ ਵੀ ਤੇ ਆਖਰ ਜ਼ਿੰਦਾ ਰਹਿਣਾ ਹੈ। ਕਿਆ ਬਾਤ ਹੈ ਜਨਾਬ। ਔੜਕ ਮੇਰੇ ਯਾਰ ਦੇ ਬੁੱਲੀ ਹਾਸੇ ਪੁੰਗਰ ਪਏ, ਸਮਝੋ ਪੱਥਰ ਦੇ ਇੱਕ ਰੁੱਖ ਤੇ ਪੱਤੇ ਪੁੰਗਰ ਪਏ। ਉਹਦੀ ਇੱਕ ਨਜ਼ਰ ਨੇ ਕੀਤਾ ਜਾਦੂ ਵਰਗਾ ਕੰਮ, ਮੇਰੀਆਂ ਬੰਜਰ ਅੱਖਾਂ ਦੇ ਵਿੱਚ ਸੁਪਨੇ ਪੁੰਗਰ ਪਏ। ਅੱਛਾ ਭਾਈ ਸਾਹਿਬ ਇਹ ਦੱਸੋ ਵੀ ਤੁਸੀਂ ਉਸਤਾਦ ਹੋਰਾਂ ਨਾਲ ਤੁਹਾਡਾ ਬੜਾ ਤਲਕ ਰਿਹਾ ਹੈ ਤੇ ਬੜੀ ਤੁਹਾਡੀ ਨਿਆਜ਼ਬੰਦੀ ਰਹੀ ਹੈ। ਤੁਸੀਂ ਆਪ ਵੀ ਬੜੇ ਅੱਛੇ ਸ਼ਾਇਰ ਹੋ ਤੇ ਉਹਨਾਂ ਦੀ ਜਿਹੜੀ ਵਫਾਤ ਹੈ, ਜਿਹੜਾ ਉਹਨਾਂ ਦਾ ਦੁਨੀਆ ਤੋਂ ਪਰਦਾ ਫਰਮਾਨਾ ਹੈ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੇ ਕੀ ਦਿਲੀ ਜਜ਼ਬਾਤ ਨੇ? ਇਜਾਜ਼ ਗਿਲਾਨੀ ਸਾਹਿਬ ਬਹੁਤ ਸ਼ੁਕਰਗੁਜ਼ਾਰ ਹਾਂ ਮੈਨੂੰ ਮੇਰੇ ਉਸਤਾਦ ਮੁਹਤਰਮ ਤਜਮਲ ਕਲੀਮ ਸਾਹਿਬ ਦੀ ਸ਼ਖਸੀਅਤ ਤੇ ਉਹਨਾਂ ਦੀ ਸ਼ਾਇਰੀ ਤੇ ਉਹਨਾਂ ਦੇ ਫਨ ਤੇ ਉਹਨਾਂ ਦੀ ਜ਼ਿੰਦਗੀ ਤੇ ਗੱਲਬਾਤ ਕਰਨ ਦਾ ਮੌਕਾ ਦਿੱਤਾ। ਮੈਂ ਕਹਿਣਾ ਇਹ ਚਾਹ ਰਿਹਾ ਕਿ ਉਸਤਾਦ ਹੋਰਾਂ ਦੀ ਜਿਹੜੀ ਵਫਾਤ ਹੈ ਉਹ ਪੰਜਾਬੀ ਜ਼ੁਬਾਨੋ ਅਦਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੈ। ਕਿਉਂਕਿ ਮੈਂ ਸਮਝਦਾ ਵਾਂ ਕਿ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਵਾਸਤੇ ਕੰਮ ਕਰਨ ਵਾਲੀਆਂ ਜਿੰਨੀਆਂ ਵੀ ਤਨਜ਼ੀਮਾਂ ਨੇ ਪੰਜਾਬੀ ਜ਼ੁਬਾਨ ਵਾਸਤੇ ਕੰਮ ਕਰਨ ਪੰਜਾਬੀ ਜ਼ੁਬਾਨੋ ਅਦਬ ਦਾ ਕੰਮ ਕਰਨ ਵਾਸਤੇ ਜਿੰਨੇ ਵੀ ਮਤਲਬ ਆ ਉਹ ਸਰਕਾਰੀ ਇਦਾਰੇ, ਗੈਰ ਸਰਕਾਰੀ ਇਦਾਰੇ, ਪੰਜਾਬੀ ਕਾਨਫਰੰਸਾਂ, ਪੰਜਾਬੀ ਸੈਮੀਨਾਰ, ਪੰਜਾਬੀ ਮੁਸ਼ਾਇਰੇ, ਉਹਨਾਂ ਸਾਰਿਆਂ ਨੇ ਰਲ ਕੇ ਪੰਜਾਬੀ ਵਾਸਤੇ ਉਹਨਾਂ ਕੰਮ ਨਹੀਂ ਕੀਤਾ ਜਿੰਨਾ ਮੇਰੇ ਉਸਤਾਦ ਮੁਹਤਰਮ ਤਜਮਲ ਕਲੀਮ ਸਾਹਿਬ ਪੰਜਾਬੀ ਵਾਸਤੇ ਕੰਮ ਕਰਕੇ ਗਏ ਨੇ। ਪੰਜਾਬੀ ਜ਼ੁਬਾਨ ਦੇ ਇੰਨੇ ਕੁ ਹਾਫਜ਼ ਪੈਦਾ ਕਰ ਦਿੱਤੇ ਉਹਨਾਂ ਨੇ, ਪੰਜਾਬੀ ਜ਼ੁਬਾਨ ਵਾਸਤੇ ਇੰਨਾ ਕੰਮ ਕਰ ਦਿੱਤਾ ਉਹਨਾਂ ਨੇ। ਉਹਨਾਂ ਦੀਆਂ 5-6 ਕਿਤਾਬਾਂ ਨੇ ਕਿ ਬਾਕੀ ਸਾਰਾ ਪੰਜਾਬ ਮਿਲ ਕੇ ਉਹਨਾਂ ਕੰਮ ਨਹੀਂ ਕਰ ਸਕਿਆ ਜਿੰਨਾ ਮਾਸ਼ਾਅੱਲਾ ਉਹ ਇਕੱਲੇ ਕਰਕੇ ਗਏ ਨੇ। ਇਹ ਉਹਨਾਂ ਦੀ ਵਫਾਤ ਪੰਜਾਬੀ ਜ਼ੁਬਾਨੋ ਅਦਬ ਦਾ ਬਹੁਤ ਵੱਡਾ ਨੁਕਸਾਨ ਹੈ।
ਅੱਛਾ, ਹਰ ਜਿਹੜਾ ਸ਼ਾਗਿਰਦ ਹੈ ਉਹ ਉਸਤਾਦ ਦੇ ਨਾਲ ਉਹਦਾ ਜਿਹੜਾ ਲਗਾਓ ਹੁੰਦਾ ਹੈ ਉਹ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਤੁਸੀਂ ਕੀ ਸਮਝਦੇ ਹੋ, ਤੁਹਾਡੀ ਜਿਹੜੀ ਸ਼ਾਇਰੀ ਹੈ, ਤੁਸੀਂ ਉਹਨਾਂ ਤੋਂ ਜਿਹੜਾ ਫਾਇਦਾ ਹਾਸਲ ਕੀਤਾ ਹੈ, ਉਹਨਾਂ ਦਾ ਜਿਹੜਾ ਫਨ ਤੇ ਫਿਕਰ ਜਿਹੜਾ ਕਰਾਫਟ ਹੈ ਉਹ ਤੁਹਾਡੀ ਵੀ ਸ਼ਾਇਰੀ 'ਚ ਲੱਭਦਾ ਹੈ? ਜੀ ਗਿਲਾਨੀ ਸਾਹਿਬ, ਇਹ ਦੋ ਸੂਰਤਾਂ, ਦੋ ਚੀਜ਼ਾਂ ਹੁੰਦੀਆਂ ਨੇ ਜਿਹਦੇ ਤੋਂ ਤੁਸੀਂ ਮੁਤਾਸਰ ਹੋਵੋ, ਜਾਂ ਤੇ ਤੁਸੀਂ ਉਹਨੂੰ ਟੁੰਡਦੇ ਹੋ, ਉਹਦੇ ਵਰਗਾ ਹੀ ਲਿਖੀ ਜਾਂਦੇ ਹੋ। ਬਹੁਤ ਸਾਰੇ ਲੋਕਾਂ ਨੇ ਇਸ ਤਰ੍ਹਾਂ ਕੀਤਾ ਤਜਮਲ ਸਾਹਿਬ ਨਾਲ। ਤਜਮਲ ਸਾਹਿਬ ਚੂँਕਿ ਛੋਟੀ ਬੈਰ ਦੇ ਔਰ ਪਾਬੰਦ ਕਾਫੀਏ ਦੇ ਸ਼ਾਇਰ ਸਨ, ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀਆਂ ਜ਼ਮੀਨਾਂ 'ਚ ਲਿਖਿਆ, ਉਹਨਾਂ ਵਰਗਾ ਲਿਖਿਆ, ਉਹਨਾਂ ਵਰਗਾ ਲਿਖਣ ਦੀ ਕੋਸ਼ਿਸ਼ ਕੀਤੀ, ਨਾਕਾਮ ਕੋਸ਼ਿਸ਼ ਕੀਤੀ। ਮੈਂ ਅਲਹਮਦੁਲਿਲਾ ਸਿੱਖਿਆ ਉਹਨਾਂ ਤੋਂ, ਉਹਨਾਂ ਨੂੰ ਟੁੰਡਿਆ ਨਹੀਂ। ਉਹਨਾਂ ਕੋਲੋਂ ਸਿੱਖਿਆ ਤਰਕੀਬਾਂ, ਤਸ਼ਬੀਹਾਂ, ਇਸਤਿਆਰੇ, ਤਕਨੀਕ, ਰਦੀਫ ਦੀ ਨਿਸਬਤ, ਬੈਰ, ਜੋ ਵੀ ਸੀ, ਮਤਲਬ ਉਹ ਸ਼ੇਰ ਦੀ ਬਾਕਾਇਦਗੀ, ਸ਼ੇਰ ਦੀ ਸਫਾਈ ਸੁਥਰਾਈ, ਸ਼ੇਰ ਦੀ ਬਾਜ਼ਾਬਤਗੀ, ਸ਼ੇਰ ਦੀ ਮਤਲਬ ਉਹ ਮਜ਼ਬੂਤੀ, ਉਹ ਸਿੱਖਿਆ। ਅੱਛਾ ਸ਼ੇਰ ਕਹਿਣ ਦਾ ਹੁਨਰ ਸਿੱਖਿਆ ਉਹਨਾਂ ਕੋਲੋਂ, ਉਹਨਾਂ ਨੂੰ ਕਾਪੀ ਨਹੀਂ ਕੀਤਾ ਕਦੀ ਵੀ। ਉਹ ਛੋਟੀ ਬੈਰ ਦੇ ਸ਼ਾਇਰ ਸਨ, ਮੈਂ ਪਾਬੰਦ ਕਾਫੀਏ ਦੇ ਸ਼ਾਇਰ ਸਨ। ਮੈਂ ਸ਼ਾਗਿਰਦ ਤੇ ਬਿਲਾਸ਼ੁਬਾ ਤਜਮਲ ਸਾਹਿਬ ਦਾ ਹੀ ਹਾਂ, ਲੇਕਿਨ ਮੈਂ ਆਪਣੇ ਤੌਰ 'ਤੇ ਆਪਣੀ ਇੱਕ ਵੱਖਰਾ ਅਸਲੂਬ, ਆਪਣਾ ਇੱਕ ਵੱਖਰਾ ਸੁਭਾਅ, ਆਪਣਾ ਇੱਕ ਵੱਖਰਾ ਢੱਬ, ਆਪਣਾ ਇੱਕ ਵੱਖਰਾ ਢੰਗ ਲੈ ਕੇ ਸ਼ੇਰ ਆਖਿਆ ਹੈ। ਦਰਮਿਆਨੀ ਬੈਰ, ਵੱਡੀ ਬੈਰ, ਮਤਲਬ ਉਹ ਗੈਰ ਮੁਰਵਜਾ ਬੈਰਾਂ 'ਚ ਵੀ ਬਹੁਤ ਸਾਰੀ ਸ਼ਾਇਰੀ ਹੈ ਮੇਰੀ। ਔਰ ਖੁੱਲ੍ਹੇ ਕਾਫੀਏ, ਮਤਲਬ ਆਜ਼ਾਦ ਕਾਫੀਆ ਜਿਹਨੂੰ ਕਿਹਾ ਜਾਂਦਾ ਹੈ, ਉਹਦੇ ਵਿੱਚ ਜ਼ਿਆਦਾਤਰ ਸ਼ਾਇਰੀ ਹੈ ਮੇਰੀ। ਉਹਨਾਂ ਕੋਲੋਂ ਮੈਂ ਸਿੱਖਿਆ ਜੀ, ਬਹੁਤ ਸਿੱਖਿਆ। ਲਿਖਣਾ ਵੀ ਸਿੱਖਿਆ, ਅੱਛਾ ਲਿਖਣਾ ਵੀ ਸਿੱਖਿਆ, ਔਰ ਅੱਛਾ ਪੜ੍ਹਨਾ ਵੀ ਸਿੱਖਿਆ ਜੀ। ਅੱਛਾ, ਉਸਤਾਦ ਤਜਮਲ ਕਰੀਮ ਮੁਰਾਦ ਨੇ ਉਰਦੂ ਸ਼ਾਇਰੀ ਤੋਂ ਆਗਾਜ਼ ਕੀਤਾ ਸੀ ਤੇ ਅੱਛੀਆਂ ਖਾਸੀਆਂ ਉਹਨਾਂ ਦੀਆਂ ਗਜ਼ਲਾਂ ਸਨ। ਉਹਨਾਂ ਨੇ ਮੈਨੂੰ ਇੱਕ ਇੰਟਰਵਿਊ 'ਚ ਵੀ ਦੱਸਿਆ ਕੋਈ 150 ਤੋਂ ਜ਼ਿਆਦਾ ਗਜ਼ਲਾਂ ਸਨ। ਤੇ ਮੁਨੀਰ ਨਿਆਜ਼ੀ ਦਾ ਇੱਕ ਇੰਟਰਵਿਊ ਵਜ੍ਹਾ ਬਣਿਆ ਜਦੋਂ ਉਹਨਾਂ ਨੇ ਪੰਜਾਬੀ ਵੱਲੇ ਮੁਹਾਰਾਂ ਮੋੜਨੀਆਂ ਉਰਦੂ ਨੂੰ ਛੱਡ ਕੇ। ਤੇ ਤੁਸੀਂ ਕੀ ਸਮਝਦੇ ਹੋ ਕਿ ਉਸਤਾਦ ਜੀ ਦਾ ਜਿਹੜਾ ਫੈਸਲਾ ਹੈ ਉਹਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਉਹ ਵਾਕਈ ਪੰਜਾਬੀ ਵਾਸਤੇ ਬੜਾ ਸੂਦਮੰਦ ਤੇ ਬੜਾ ਜਿਹੜਾ ਹੈ ਉਹ ਨੇਕ ਸਾਬਤ ਹੋਇਆ? ਅਸਲ ਦੇ ਵਿੱਚ ਮਾਮਲਾ ਹੈ ਕਿ ਉਹ ਮੁਨੀਰ ਨਿਆਜ਼ੀ ਸਾਹਿਬ ਨੇ ਕੋਈ ਇੰਟਰਵਿਊ ਦੇ ਵਿੱਚ ਗੱਲ ਕੀਤੀ ਹੈ ਕਿ ਜਿਹੜੀ ਹੈ ਪੰਜਾਬੀ ਜ਼ੁਬਾਨ ਹੈ, ਇਹ ਗਜ਼ਲ ਵਾਸਤੇ, ਸ਼ਾਇਰੀ ਵਾਸਤੇ ਮੌਜ਼ੂ ਨਹੀਂ ਹੈਗੀ। ਮੁਰਸ਼ਦ ਤਜਮਲ ਕਰੀਮ ਸਾਹਿਬ ਨੂੰ ਇਹ ਗੱਲ ਜਿਹੜੀ ਸੀ ਉਹ ਵਾਰੇ 'ਚ ਨਹੀਂ ਆਈ। ਇਸ ਤੋਂ ਪਹਿਲੇ ਉਹ ਕਰਦੇ ਸਨ ਆਪਣਾ ਉਰਦੂ ਗਜ਼ਲ ਕਹਿੰਦੇ ਸਨ ਬਕੌਲ ਉਸਤਾਦ ਮੁਹਤਰਮ ਦੇ। ਉਦੋਂ ਉਹਨਾਂ ਨੇ ਉਹ ਆਪਣੀ ਜਿਹੜੀ ਜਿੰਨੀ ਵੀ ਉਰਦੂ ਸ਼ਾਇਰੀ ਸੀ ਉਹਨਾਂ ਦੀ ਉਹ ਸਾਰੀ ਜਿਹੜੀ ਉਹ ਨਹਿਰ 'ਚ ਵਗਾ ਮਾਰੀ, ਔਰ ਉਸ ਤੋਂ ਬਾਅਦ ਪੰਜਾਬੀ ਗਜ਼ਲ ਕਹਿਣੀ ਸ਼ੁਰੂ ਕੀਤੀ। ਔਰ ਪੰਜਾਬੀ ਗਜ਼ਲ ਦੇ ਵਿੱਚ ਉਹ ਨਾਂ ਕਮਾਇਆ, ਇੰਨੀ ਮਿਹਨਤ ਕੀਤੀ, ਇੰਨੇ ਵਧੀਆ ਔਰ ਆਲਾ ਸ਼ੇਰ ਆਖੇ, ਤਰਕੀਬਾਂ ਦੇ ਹਵਾਲੇ ਨਾਲ, ਇਸਤਿਆਰਿਆਂ ਦੇ ਹਵਾਲੇ ਨਾਲ, ਤਸ਼ਬੀਹਾਂ ਦੇ ਹਵਾਲੇ ਨਾਲ, ਰਦੀਫ ਦੀ ਨਿਸਬਤ ਦੇ ਹਵਾਲੇ ਨਾਲ, ਬਹਿਰਾਂ ਦੇ ਹਵਾਲੇ ਨਾਲ ਉਹ ਕੰਮ ਕੀਤਾ ਪੰਜਾਬੀ ਗਜ਼ਲ ਦੇ ਵਿੱਚ ਕਿ ਮੰਨਣਾ ਪੈ ਗਿਆ ਲੋਕਾਂ ਨੂੰ ਕਿ ਵਾਕਈ ਪੰਜਾਬੀ ਗਜ਼ਲ ਜਿਹੜੀ ਹੈ, ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਪੰਜਾਬੀ ਗਜ਼ਲ ਵਾਸਤੇ ਮੌਜ਼ੂ ਜ਼ੁਬਾਨ ਹੈ। ਸਾਬਤ ਕੀਤਾ, ਮਿਹਣਾ ਲਾਇਆ, ਚੈਲੰਜ ਜਿਹੜਾ ਸੀ ਉਹ ਐਕਸੈਪਟ ਕੀਤਾ, ਕਬੂਲ ਕੀਤਾ, ਔਰ ਦੱਸਿਆ ਕਿ ਜਿਹੜੀ ਪੰਜਾਬੀ ਜ਼ੁਬਾਨ ਹੈ ਉਹ ਗਜ਼ਲ ਵਾਸਤੇ ਮੌਜ਼ੂ ਜ਼ੁਬਾਨ ਹੈ। ਇਹ ਤੇ ਫਿਰ ਉਸਤਾਦ ਮੁਨੀਰ ਨਿਆਜ਼ੀ ਜਿਹੜੇ ਨੇ ਵੱਡੇ ਸ਼ਾਇਰ, ਉਹ ਮਿਹਣਾ ਮਾਰ ਕੇ ਤੇ ਪੰਜਾਬੀ ਗਜ਼ਲ ਤੇ ਆਸਾਨ ਨਹੀਂ ਕਰ ਗਏ? ਤੁਹਾਡਾ ਕੀ ਖਿਆਲ? ਜੀ ਹਾਂ, ਆਪਣੇ ਤੌਰ 'ਤੇ ਉਹਨਾਂ ਨੇ ਉਹ ਇੱਕ ਪੰਜਾਬੀ ਜ਼ੁਬਾਨ ਨੂੰ ਟਿਚਕਰ ਕੀਤੀ, ਮਿਹਣਾ ਮਾਰਿਆ, ਲੇਕਿਨ ਵੇਖਿਆ ਜਾਵੇ ਤਾਂ ਉਹ ਪੰਜਾਬੀ ਜ਼ੁਬਾਨੋ ਅਦਬ 'ਤੇ ਅਹਿਸਾਨ ਕਰ ਗਏ ਨੇ। ਅਗਰ ਉਹ ਇਹ ਮਿਹਣਾ ਨਾ ਮਾਰਦੇ, ਇਹ ਗੱਲ ਨਾ ਕਰਦੇ, ਤੇ ਤਜਮਲ ਕਰੀਮ ਸਾਹਿਬ ਪੰਜਾਬੀ ਗਜ਼ਲ ਵੱਲ ਨਾ ਆਉਂਦੇ, ਤੇ ਇੱਕ ਮਤਲਬ ਇਹ ਅੱਜ ਜਿਹੜੀ ਬਿਹਤਰੀਨ ਔਰ ਜਦੀਦ ਪੰਜਾਬੀ ਗਜ਼ਲ ਸਾਡੇ ਕੋਲ ਤਜਮਲ ਕਰੀਮ ਸਾਹਿਬ ਦੀ ਗਜ਼ਲ ਦੀ ਸੂਰਤ ਵਿੱਚ ਮੌਜੂਦ ਹੈ, ਉਹ ਸਾਨੂੰ ਨਾ ਮਿਲਦੀ। ਅੱਛਾ ਭਾਈ ਸਾਹਿਬ, ਤੁਸੀਂ ਇਹ ਦੱਸੋ ਵੀ ਤੁਹਾਡਾ ਕਿਹੜਾ ਉਹ ਕਲਾਮ ਹੈ, ਕਿਉਂਕਿ ਸਾਨੂੰ ਵੀ ਬੜਾ ਚਾਅ ਹੈ ਵੀ ਪਤਾ ਲੱਗੇ ਕਿ ਜਿਹਨੂੰ ਸੁਣ ਕੇ ਉਸਤਾਦ ਹੋਰਾਂ ਨੇ ਬੜੀ ਭਰਵੀਂ ਦਾਤ ਦਿੱਤੀ ਹੋਵੇ ਤੇ ਬੜਾ ਖੁਸ਼ ਹੋਇਆ, ਉਹ ਸਾਡੇ ਨਾਲ ਸਾਂਝ ਪਾਓ। ਜੀ ਗਿਲਾਨੀ ਸਾਹਿਬ, ਉਹ ਗਜ਼ਲ ਇਸ ਤਰ੍ਹਾਂ ਸੀ ਕਿ ਇੱਕ ਇੱਕ ਪਲ ਵਿੱਚ ਸਦੀਆਂ ਦਾ ਕੰਮ ਕਰਨਾ ਵਾ, ਇੱਕ ਇੱਕ ਪਲ ਵਿੱਚ ਸਦੀਆਂ ਦਾ ਕੰਮ ਕਰਨਾ ਵਾ ਜੀ, ਬਿਲਕੁਲ ਮੈਂ ਸੋਚਾਂ ਦਾ ਕੰਮ ਕਰਨਾ ਵਾ। ਉਹ ਜਿੱਥੇ ਲੋਕੀ ਅੱਖਾਂ ਨੂੰ ਪਹਿਰਾਉਂਦੇ ਨੇ, ਜਿੱਥੇ ਲੋਕੀ
ਅੱਖਾਂ ਨੂੰ ਪਹਿਰਾਉਂਦੇ ਨੇ। ਮੈਂ ਉਸ ਸ਼ਹਿਰ 'ਚ ਰੰਗਾਂ ਦਾ ਕੰਮ ਕਰਨਾ ਵਾਂ। ਲੋੜਾਂ ਵਾਲੇ ਊਂਠ ਦੇ ਮੂੰਹ ਵਿੱਚ ਜ਼ੀਰਾ ਏ। ਮੈਂ ਜਿਹੜਾ 2 ਟਕਿਆਂ ਦਾ ਕੰਮ ਕਰਨਾ ਵਾਂ। ਮੇਰੇ ਹੱਥ ਵਿੱਚ ਹੋਰ ਤਰ੍ਹਾਂ ਦੇ ਛਾਲੇ ਨੇ। ਮੇਰੇ ਹੱਥ ਵਿੱਚ ਹੋਰ ਤਰ੍ਹਾਂ ਦੇ ਛਾਲੇ ਨੇ। ਵਿਹਲਾ ਨਹੀਂ, ਮੈਂ ਹਰਫਾਂ ਦਾ ਕੰਮ ਕਰਨਾ ਵਾਂ। ਉਹ ਵੇਖੋ ਆਪਣਾ ਲਾਸ਼ਾ ਚੁੱਕੀ ਫਿਰਨਾ ਵਾਂ। ਮੈਂ ਮਰਿਆ ਵੀ ਚਾਰਾਂ ਦਾ ਕੰਮ ਕਰਨਾ ਵਾਂ। ਇਸ ਤੋਂ ਇਲਾਵਾ ਹੋਰ ਕਿਹੜੀ ਗਜ਼ਲ ਸੀ ਜਿੰਦੇ ਤੇ ਉਸਤਾਦ ਜੀ ਨੇ ਬੜੀ ਖੁਸ਼ੀ ਨਾਲ ਸ਼ਾਬਾਸ਼ ਦਿੱਤੀ ਹੋਵੇ ਤੁਹਾਨੂੰ, ਉਹ ਵੀ ਸਾਡੇ ਨਾਲ ਅੱਜ ਤੁਸੀਂ ਸਾਨੂੰ ਸੁਣਾਓ। ਇਸ ਤੋਂ ਇਲਾਵਾ ਇੱਕ ਗਜ਼ਲ ਹੋਰ ਸੀ ਜਿਹੜੀ ਉਹ ਮੈਂ ਉਹਨਾਂ ਨੂੰ ਸੁਣਾਈ ਸੀ, ਉਹਨਾਂ ਨੇ ਬੇਪਨਾਹ ਦਾਤ ਦਿੱਤੀ ਮੈਨੂੰ। ਹੁਕਮ ਕਰੋ ਤੇ ਉਹ ਸੁਣਾ ਦਿਆਂ। ਆਪਣੇ ਅੱਖਰਾਂ ਅੰਦਰ ਜ਼ਿੰਦਾ ਰਹਿਣਾ ਹੈ ਜੀ, ਮੈਂ ਸਦੀਆਂ ਤੀਕਰ ਜ਼ਿੰਦਾ ਰਹਿਣਾ ਹੈ। ਮੌਤ ਤੋਂ ਡਰਦੇ ਲੋਕੋ ਡਰਨਾ ਕਿਸ ਗੱਲ ਦਾ, ਮਰ ਕੇ ਵੀ ਤੇ ਆਖਰ ਜ਼ਿੰਦਾ ਰਹਿਣਾ ਹੈ। ਜ਼ਿੰਦਾ ਰਹਿਣ ਦਾ ਮਤਲਬ ਜ਼ਿੰਦਾ ਰਹਿਣਾ ਨਹੀਂ, ਇੱਕ ਦੂਜੇ ਦੀ ਖਾਤਰ ਜ਼ਿੰਦਾ ਰਹਿਣਾ ਹੈ। ਪਾਣੀ ਬੰਦ ਕਰਨ ਵਾਲੇ ਤੇ ਮਰ ਮਿਟ ਗਏ, ਪਰ ਤੱਸਿਆਂ ਦਾ ਲਸ਼ਕਰ ਜ਼ਿੰਦਾ ਰਹਿਣਾ ਹੈ। ਸੁੱਤਿਆਂ ਨੂੰ ਦਫਨਾਉਣ ਦੀ ਨੌਬਤ ਆ ਗਈ ਜੇ, ਸੌ ਨਾ ਜਾਣਾ ਜੇਕਰ ਜ਼ਿੰਦਾ ਰਹਿਣਾ ਹੈ। ਅੱਛਾ, ਸਾਡੇ ਜਿਹੜੇ ਚੜ੍ਹਦੇ ਪੰਜਾਬ ਦੇ ਵੱਡੇ ਮਹਾਨ ਸ਼ਾਇਰ ਨੇ ਸ਼ਿਵ ਕੁਮਾਰ ਬਟਾਲਵੀ, ਉਹਨਾਂ ਨੇ ਨਜ਼ਮ ਤੇ ਪੰਜਾਬੀ ਅਦਬ ਨੂੰ ਇੱਕ ਕਮਾਲ ਤੇ ਲੈ ਗਏ ਨੇ। ਤੇ ਜਦੋਂ ਅਸੀਂ ਗੱਲ ਕਰੀਏ ਉਸਤਾਦ ਤਜੱਮਲ ਕਲੀਮ ਦੀ, ਤੇ ਉਹਨਾਂ ਨੇ ਜਿਹੜੀ ਗਜ਼ਲ ਹੈ ਪੰਜਾਬੀ ਦੀ, ਉਹਦੇ ਤੇ ਵੀ ਕਮਾਲ ਕਰਤਾ ਹੈ, ਜਿਹਨੂੰ ਕਿ ਸਾਰੀ ਦੁਨੀਆ ਮੰਨਦੀ ਹੈ। ਤੇ ਜੇ ਅਸੀਂ ਤੁਹਾਨੂੰ ਕਹੀਏ ਕਿ ਇਹਨਾਂ ਦੋਵਾਂ ਸ਼ਾਇਰਾਂ ਦੇ ਮੁਕਾਮ ਦੇ ਬਾਰੇ ਕੋਈ ਥੋੜ੍ਹੀ ਜਿਹੀ ਸਾਡੇ ਨਾਲ ਗੱਲਬਾਤ ਕਰੋ, ਤੇ ਤੁਸੀਂ ਉਹਦਾ ਵੇਰਵਾ ਕਿਵੇਂ ਕਰੋਗੇ? ਜੀ ਗਿਲਾਨੀ ਸਾਹਿਬ, ਬਿਲਾਸ਼ੁਬਾ ਸ਼ਿਵ ਕੁਮਾਰ ਬਟਾਲਵੀ ਸਾਹਿਬ ਜਿਹੜੇ ਨੇ ਉਹ ਪਾਕ-ਓ-ਹਿੰਦ ਦਾ ਇੱਕ ਬੜਾ ਵੱਡਾ ਨਾਂ ਨੇ। ਲੇਕਿਨ ਜਿੱਥੇ ਅਸੀਂ ਗੱਲ ਕਰਾਂਗੇ ਨਾ ਪੰਜਾਬੀ ਗਜ਼ਲ ਦੀ, ਉੱਥੇ ਸਾਨੂੰ ਤਜੱਮਲ ਕਲੀਮ ਤੋਂ ਇਲਾਵਾ ਪਾਕ-ਓ-ਹਿੰਦ ਦੇ ਵਿੱਚ ਕੋਈ ਹੋਰ ਸ਼ਖਸੀਅਤ ਨਜ਼ਰ ਨਹੀਂ ਆਏਗੀ। ਸ਼ਿਵ ਕੁਮਾਰ ਬਟਾਲਵੀ ਬਿਲਾਸ਼ੁਬਾ ਨਜ਼ਮ ਦੇ ਬਹੁਤ ਵੱਡੇ ਸ਼ਾਇਰ ਨੇ, ਬਹੁਤ ਮਾਨਤਾ ਖੱਟੀ ਉਹਨਾਂ ਨੇ, ਬੜਾ ਨਾਂ ਕਮਾਇਆ ਉਹਨਾਂ ਨੇ। ਮਤਲਬ ਉਹਨਾਂ ਦੇ ਪਰਸਤਾਰ, ਉਹਨਾਂ ਦੇ ਫੈਨ ਫਾਲੋਵਰ, ਉਹਨਾਂ ਨਾਲ ਮੁਹੱਬਤ ਕਰਨ ਵਾਲੇ ਲੋਕ ਬਹੁਤ ਜ਼ਿਆਦਾ ਨੇ। ਲੇਕਿਨ ਜਿੱਥੇ ਗਜ਼ਲ ਦਾ ਮਤਲਬ ਅਸੀਂ ਗੱਲ ਕਰਾਂਗੇ, ਉੱਥੇ ਸਾਨੂੰ ਤਜੱਮਲ ਕਲੀਮ ਸਾਹਿਬ ਦਾ ਨਾਂ ਲੈਣਾ ਪਏਗਾ। ਔਰ ਉਹ ਤਜੱਮਲ ਕਲੀਮ ਸਾਹਿਬ ਦੀ ਜਿਹੜੀ ਗਜ਼ਲ ਹੈ, ਉਹਨੇ ਪੂਰੀ ਦੁਨੀਆ 'ਤੇ ਇੰਨਾ ਆਪਣਾ ਇੱਕ ਅੱਛਾ ਅਸਰ ਪਾਇਆ ਹੈ ਪੰਜਾਬੀ ਜ਼ੁਬਾਨ ਵਾਸਤੇ, ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ। ਜਿਹੜੇ ਲੋਕ ਪੰਜਾਬੀ ਕਿਸੇ ਦੌਰ ਦੇ ਵਿੱਚ ਇਸ ਤਰ੍ਹਾਂ ਸੀ ਕਿ ਸੁਣਨਾ ਪਸੰਦ ਨਹੀਂ ਕਰਦੇ ਸਨ, ਇਹਨੂੰ ਮਤਲਬ ਉਹ ਜਾਹਿਲਾਂ ਦੀ ਜ਼ੁਬਾਨ ਜਾਂ ਮਤਲਬ ਇੱਕ ਗੈਰ ਅਦਬੀ ਜ਼ੁਬਾਨ ਸਮਝਿਆ ਜਾਂਦਾ ਸੀ। ਉਹ ਤਜੱਮਲ ਕਲੀਮ ਸਾਹਿਬ ਦੀ ਗਜ਼ਲ ਨੇ ਸਾਬਤ ਕੀਤਾ ਹੈ ਕਿ ਪੰਜਾਬੀ ਜ਼ੁਬਾਨ ਇੱਕ ਬਿਹਤਰੀਨ ਜ਼ੁਬਾਨ ਹੈ। ਔਰ ਪੰਜਾਬੀ ਸ਼ਾਇਰੀ ਜਿਹੜੀ ਹੈ, ਉਹ ਪੰਜਾਬੀ ਜ਼ੁਬਾਨ ਜਿਹੜੀ ਹੈ ਉਹ ਮੌਜ਼ੂ ਹੈ ਕਿ ਇਹਦੇ ਵਿੱਚ ਗਜ਼ਲ ਵੀ ਕਹੀ ਜਾ ਸਕੇ। ਇਸ ਤੋਂ ਪਹਿਲੇ ਮਤਲਬ ਹੈ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਨਜ਼ਮ ਦੇ ਵਾਸਤੇ ਕੰਮ ਕੀਤਾ, ਬਿਲਾਸ਼ੁਬਾ ਉਹ ਬੜਾ ਵੱਡਾ ਨਾਂ ਨੇ। ਲੇਕਿਨ ਤਜੱਮਲ ਕਲੀਮ ਸਾਹਿਬ ਮੇਰੀ ਸਮਝ ਦੇ ਮੁਤਾਬਕ, ਮੇਰੀ ਅਕਲ ਦੇ ਮੁਤਾਬਕ ਸ਼ਿਵ ਕੁਮਾਰ ਬਟਾਲਵੀ ਨਾਲੋਂ ਵੱਡਾ ਨਾਂ ਨੇ। ਅੱਛਾ ਭਾਈ ਸਾਹਿਬ, ਤੁਸੀਂ ਸਾਹਿਬ ਕਿਤਾਬ ਹੋ, ਆਪਣੀ ਕਿਤਾਬ ਸੁਫਨੇ ਪੁੰਗਰ ਪੈ ਦੇ ਵਿੱਚੋਂ ਕੋਈ ਸਾਨੂੰ ਅਤਾ ਕਰੋ, ਕੋਈ ਪੰਜਾਬੀ ਕਲਾਮ ਆਪਣਾ। ਇੱਕ ਮੋਹਤਰਮ ਸ਼ਾਹ ਸਾਹਿਬ ਗਜ਼ਲ ਹੈ ਕਿ ਉਹ ਮਤਲਬ ਉਹਦੀ ਜਿਹੜੀ ਰਤੀਫ ਇੱਕ ਹੈ, ਉਹ ਮੇਰੀ ਕਿਤਾਬ ਦਾ ਨਾਮ ਹੀ ਹੈ ਸੁਫਨੇ ਪੁੰਗਰ ਪਏ। ਉਹ ਇਸ ਤਰ੍ਹਾਂ ਹੈ ਕਿ ਔੜਕ ਮੇਰੇ ਯਾਰ ਦੇ ਬੁੱਲ੍ਹੀਂ ਹਾਸੇ ਪੁੰਗਰ ਪਏ, ਸਮਝੋ ਪੱਥਰ ਦੇ ਇੱਕ ਰੁੱਖ 'ਤੇ ਪੱਤੇ ਪੁੰਗਰ ਪਏ। ਉਹਦੀ ਇੱਕ ਨਜ਼ਰ ਨੇ ਕੀਤਾ ਜਾਦੂ ਵਰਗਾ ਕੰਮ, ਮੇਰੀਆਂ ਬੰਜਰ ਅੱਖਾਂ ਦੇ ਵਿੱਚ ਸੁਫਨੇ ਪੁੰਗਰ ਪਏ। ਮੈਨੂੰ ਵੱਜਣ ਵਾਲੇ ਪੱਥਰ ਡਿੱਗੇ ਸੀ ਜਿਸ ਥਾਂ, ਕੁਝ ਦਿਨ ਗੁਜ਼ਰਨ ਮਗਰੋਂ ਉੱਥੇ ਸ਼ੀਸ਼ੇ ਪੁੰਗਰ ਪਏ। ਰਾਹ ਦੇ ਇੱਕ ਸਿਰੇ 'ਤੇ ਮੰਜ਼ਲ ਦੂਜੇ 'ਤੇ ਸਾਂ ਮੈਂ, ਪੁੱਟਿਆ ਪੈਰ 'ਤੇ ਆਖਰ ਤੀਕਰ ਕੰਢੇ ਪੁੰਗਰ ਪਏ। ਤਕਦੀਰੇ ਜੇ ਹੈਗੀ ਏ ਤੇ ਐਸਾ ਬੱਤਰ 'ਤੇ, ਲੋਕੀ ਕਹਿਣ ਵਹੀਦ ਰਜ਼ਾ ਦੇ ਪੁੱਜੇ ਪੁੰਗਰ ਪਏ। ਇੱਕ ਗਜ਼ਲ ਹੋਰ ਹੈ ਇਸੇ ਹੀ ਮਤਲਬ ਹੈ ਸਿਨੈਰੀਓ ਦੇ ਵਿੱਚ ਕਿ ਜਿਸਲੇ ਸੈਰ 'ਤੇ ਮੇਰੀ ਸੋਚ 'ਤੇ ਜੁਗਨੂ ਨਿਕਲੇ,
ਜਿਸਲੇ ਸੈਰ ਤੇ ਮੇਰੀ ਸੋਚ ਦੇ ਜੁਗਨੂੰ ਨਿਕਲੇ, ਫਿਰ ਹਨੇਰੇ 'ਚੋਂ ਚਾਨਣ ਦੇ ਕੁਝ ਪਹਿਲੂ ਨਿਕਲੇ। ਅੱਧੇ ਨਾਲੋਂ ਬਹੁਤਾ ਪੱਥਰ ਹੋ ਚੱਲਿਆ ਸਾਂ, ਅੱਧੇ ਨਾਲੋਂ ਬਹੁਤਾ ਪੱਥਰ ਹੋ ਚੱਲਿਆ ਸਾਂ। ਸ਼ੁਕਰ ਖੁਦਾਇਆ ਅੱਖਾਂ ਵਿੱਚੋਂ ਅੱਥਰੂ ਨਿਕਲੇ। ਮੇਰਾ ਮੌਜੂ ਸੀ ਮਜ਼ਦੂਰ ਦੇ ਘਰ ਦਾ ਚੁੱਲ੍ਹਾ, ਮੇਰਾ ਮੌਜੂ ਸੀ ਮਜ਼ਦੂਰ ਦੇ ਘਰ ਦਾ ਚੁੱਲ੍ਹਾ। ਮੇਰੇ ਕਲਮ 'ਚੋਂ ਅੱਖਰਾਂ ਦੀ ਥਾਂ ਲੰਬੂ ਨਿਕਲੇ। ਓਨਾ ਚਿਰ ਇਹ ਜੀਵਨ ਮੌਤ ਦਾ ਦੂਜਾ ਰੂਪ ਏ, ਓਨਾ ਚਿਰ ਇਹ ਜੀਵਨ ਮੌਤ ਦਾ ਦੂਜਾ ਰੂਪ ਏ, ਜਿੰਨਾ ਚਿਰ ਨਾ ਦਿਲ 'ਚੋਂ ਮੌਤ ਦਾ ਧੜਕੂ ਨਿਕਲੇ। ਮੇਰੇ ਯਾਰ ਦੇ ਰੂਪ ਸਰੂਪ ਦਾ ਚਰਚਾ ਸੁਣ ਕੇ ਜੰਗਲਾਂ ਵਿੱਚੋਂ ਸ਼ਹਿਰ ਮੇਰੇ ਵੱਲ ਸਾਧੂ ਨਿਕਲੇ। वाह जी वाह, माशाल्लाह, क्या बात है जनाब, बहुत खूब।